ਔਖੀ ਮੰਜ਼ਿਲ ਹਾਸਲ ਕਰਨੀ ਜੇ ਕਮੀ ਹੋਵੇ ਤਦਬੀਰਾਂ ਦੀ। ਕਿਸਮਤ ਕਦੇ ਮੁਹਤਾਜ ਨਹੀਂ ਹੋਈ ਹੱਥਾਂ ਦੀਆਂ ਲਕੀਰਾਂ ਦੀ। ਮਿਹਨਤ ਨੂੰ ਮੱਕਾ ਮੰਨਦੀ ਏ ਆਤਮ ਜਾਤ ਫਕੀਰਾਂ ਦੀ। ਉੱਠ ਫਰਸ਼ੋਂ ਅਰਸ਼ੀ ਬਹਿ ਜਾਂਦੇ ਤਸਵੀਰ ਘੜ ਤਕਦੀਰਾਂ ਦੀ। ਤਸਵੀਰ ਘੜ ਤਕਦੀਰਾਂ ਦੀ। ਤੂੰ ਸੱਤ ਅਖੰਡ ਜੋਤ ਚੈਨਲ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਪ੍ਰੋਗਰਾਮ ਸੁਗੜ ਵਿਚਾਰ ਵਿੱਚ ਮੇਰੇ ਅੱਜ ਬੋਲਣ ਦਾ ਪਹਿਲੂ ਹੈ ਹੱਥਾਂ ਦੀਆਂ ਲਕੀਰਾਂ। ਤਕਦੀਰ ਘੜੀ ਕਢਾਈ ਹੁੰਦੀ ਹੈ ਜਾਂ ਘੜਨੀ ਪੈਂਦੀ ਹੈ, ਇਸ ਦੀ ਸਿੱਖਿਆ ਅਸੀਂ ਇਸ ਕਹਾਣੀ ਤੋਂ ਲੈਂਦੇ ਹਾਂ। ਇੱਕ ਬਹੁਤ ਪੁਰਾਣੇ ਸਮੇਂ ਦਾ ਵਾਕਿਆਤ ਹੈ ਜਦੋਂ ਬੱਚੇ ਘਰ ਤੋਂ ਦੂਰ ਗੁਰੂਕੁਲ ਵਿੱਚ ਪੜ੍ਹਨ ਲਈ ਭੇਜ ਦਿੱਤੇ ਜਾਂਦੇ ਸੀ। ਗੁਰੂਕੁਲ ਵਿੱਚ ਮੌਜੂਦ ਹਰ ਬੱਚੇ ਨੂੰ ਇੱਕੋ ਜਿਹੀ ਵਿੱਦਿਆ ਦਿੱਤੀ ਜਾਂਦੀ ਸੀ। ਸਭ ਨੂੰ ਇੱਕ ਸਮਾਨ ਸਮਝਿਆ ਜਾਂਦਾ ਸੀ। ਇੱਕ ਦਿਨ ਗੁਰੂਕੁਲ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਮੇਂ ਮਾਸਟਰ ਦਾ ਧਿਆਨ ਇੱਕ ਵਿਦਿਆਰਥੀ 'ਤੇ ਪਿਆ, ਜਿਸ ਦੇ ਚਿਹਰੇ ਵੱਲ ਵੇਖ ਕੇ ਇੰਝ ਲੱਗਦਾ ਸੀ ਕਿ ਉਸ ਨੂੰ ਕੁਝ ਵੀ ਸਮਝ ਨਹੀਂ ਆਇਆ। ਮਾਸਟਰ ਉਸ ਦੇ ਕੋਲ ਗਏ ਤੇ ਉਸ ਨੂੰ ਦੁਬਾਰਾ ਸਮਝਾਉਣ ਲੱਗੇ, ਪਰ ਗੱਲ ਨਾ ਬਣੀ। ਮਾਸਟਰ ਦੇ ਬਾਰ-ਬਾਰ ਸਮਝਾਉਣ 'ਤੇ ਵੀ ਉਸ ਵਿਦਿਆਰਥੀ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ। ਉਸਨੇ ਨਾ ਵਿੱਚ ਸਿਰ ਹਿਲਾ ਦਿੱਤਾ। ਸ਼ਾਇਦ ਉਹ ਬਹੁਤ ਬਰੀਕੀ ਤੋਂ ਸਮਝਣਾ ਚਾਹ ਰਿਹਾ ਸੀ, ਪਰ ਉਸ ਦੀ ਤਸੱਲੀ ਨਹੀਂ ਸੀ ਹੋ ਰਹੀ। ਮਾਸਟਰ ਅੰਦਰੋਂ ਗੁੱਸੇ ਵਿੱਚ ਪਰੇਸ਼ਾਨ ਹੋ ਗਿਆ ਤੇ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਫਿਰ ਉਸ ਵਿਦਿਆਰਥੀ ਕੋਲ ਆਇਆ ਤੇ ਵਿਦਿਆਰਥੀ ਨੂੰ ਆਪਣਾ ਹੱਥ ਵਿਖਾਉਣ ਲਈ ਕਿਹਾ, ਕਿਉਂਕਿ ਮਾਸਟਰ ਹੱਥਾਂ ਦੀਆਂ ਰੇਖਾਵਾਂ ਪੜ੍ਹਨ ਦੀ ਵਿੱਦਿਆ ਜਾਣਦਾ ਸੀ। ਵਿਦਿਆਰਥੀ ਨੇ ਆਪਣਾ ਹੱਥ ਮਾਸਟਰ ਅੱਗੇ ਕੀਤਾ। ਵਿਦਿਆਰਥੀ ਦਾ ਹੱਥ ਵੇਖ ਕੇ ਮਾਸਟਰ ਵਿਦਿਆਰਥੀ ਨੂੰ ਕਹਿਣ ਲੱਗਾ ਕਿ ਤੂੰ ਆਪਣੇ ਘਰ ਵਾਪਸ ਚਲਿਆ ਜਾ, ਗੁਰੂਕੁਲ ਵਿੱਚ ਰਹਿ ਕੇ ਆਪਣਾ ਸਮਾਂ ਬਰਬਾਦ ਨਾ ਕਰ। ਵਿਦਿਆਰਥੀ ਕਹਿਣ ਲੱਗਾ, ਮਾਸਟਰ ਤੁਸੀਂ ਇੱਦਾਂ ਕਿਉਂ ਕਹਿ ਰਹੇ ਹੋ? ਮਾਸਟਰ ਕਹਿਣ ਲੱਗੇ, ਕਿਉਂਕਿ ਤੇਰੇ ਹੱਥ ਵਿੱਚ ਪੜ੍ਹਾਈ ਦੀ ਲਕੀਰ ਹੀ ਨਹੀਂ ਹੈ। ਮਾਸਟਰ ਨੇ ਉਸ ਨੂੰ ਉੱਥੇ ਬੈਠੇ ਕਿਸੇ ਦੂਸਰੇ ਵਿਦਿਆਰਥੀ ਦਾ ਹੱਥ ਦਿਖਾਇਆ ਤੇ ਇੱਕ ਲਕੀਰ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ ਕਿ ਇਹ ਪੜ੍ਹਾਈ ਦੀ ਲਕੀਰ ਹੈ ਜੋ ਤੇਰੇ ਹੱਥ ਵਿੱਚ ਨਹੀਂ ਹੈ। ਇਸ ਲਈ ਤੂੰ ਵਾਪਸ ਚੱਲਿਆ ਜਾ ਤੇ ਸਮਾਂ ਬਰਬਾਦ ਨਾ ਕਰ। ਤੂੰ ਵਾਪਸ ਜਾ ਕੇ ਕੋਈ ਹੋਰ ਕੰਮ ਕਰ ਲਈ। ਪੜ੍ਹਾਈ ਤੇਰੀ ਕਿਸਮਤ ਵਿੱਚ ਨਹੀਂ ਹੈ। ਪਰ ਉਹ ਵਿਦਿਆਰਥੀ ਵਿੱਦਿਆ ਗ੍ਰਹਿਣ ਕਰਨਾ ਚਾਹੁੰਦਾ ਸੀ। ਇਹ ਸਭ ਸੁਣ ਕੇ ਉਹ ਵਿਦਿਆਰਥੀ ਗੁਰੂਕੁਲ ਦੇ ਰਸੋਈ ਘਰ ਵਿੱਚ ਗਿਆ ਤੇ ਉੱਥੋਂ ਚਾਕੂ ਲੈ ਆਇਆ। ਉਸ ਚਾਕੂ ਨਾਲ ਉਸਨੇ ਆਪਣੇ ਹੱਥ 'ਤੇ ਉਸੇ ਤਰ੍ਹਾਂ ਦੀ ਲਕੀਰ ਖਿੱਚ ਦਿੱਤੀ ਜਿਵੇਂ ਦੀ ਦੂਸਰੇ ਵਿਦਿਆਰਥੀ ਦੇ ਹੱਥ ਵਿੱਚ ਸੀ, ਤੇ ਉਸਦਾ ਸਾਰਾ ਹੱਥ ਖੂਨ ਨਾਲ ਭਰ ਗਿਆ। ਫਿਰ ਉਹ ਵਿਦਿਆਰਥੀ ਕਹਿਣ ਲੱਗਾ ਕਿ ਮਾਸਟਰ, ਹੁਣ ਮੈਂ ਆਪਣੇ ਹੱਥ 'ਤੇ ਪੜ੍ਹਾਈ ਦੀ ਲਕੀਰ ਬਣਾ ਦਿੱਤੀ ਹੈ ਕਿ ਹੁਣ ਤੁਸੀਂ ਮੈਨੂੰ ਪੜ੍ਹਾਓਗੇ? ਬੱਚੇ ਦੀ ਵਿੱਦਿਆ ਗ੍ਰਹਿਣ ਕਰਨ ਪ੍ਰਤੀ ਦ੍ਰਿੜਤਾ ਵੇਖ ਕੇ ਮਾਸਟਰ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਆਏ। ਉਹਨਾਂ ਨੇ ਵਿਦਿਆਰਥੀ ਨੂੰ ਗਲ ਨਾਲ ਲਾਇਆ ਤੇ ਕਹਿਣ ਲੱਗੇ ਕਿ ਬੱਚੇ, ਦੁਨੀਆ ਦੀ ਕੋਈ ਵੀ ਸ਼ਕਤੀ ਤੈਨੂੰ ਵਿੱਦਿਆ ਲੈਣ ਤੋਂ ਨਹੀਂ ਰੋਕ ਸਕਦੀ, ਕਿਉਂਕਿ ਦ੍ਰਿੜ ਸੰਕਲਪ ਤੇ ਮਿਹਨਤ ਹੱਥਾਂ ਦੀਆਂ ਲਕੀਰਾਂ ਵੀ ਬਦਲ ਦਿੰਦੇ ਨੇ। ਤੇ ਕਿਹਾ ਜਾਂਦਾ ਹੈ ਕਿ ਉਹ ਵਿਦਿਆਰਥੀ ਵੱਡਾ ਹੋ ਕੇ ਇੱਕ ਮਸ਼ਹੂਰ ਰਿਸ਼ੀ ਵਜੋਂ ਜਾਣਿਆ ਗਿਆ, ਜਿਨ੍ਹਾਂ ਨੇ ਦੁਨੀਆ ਦੀ ਇੱਕ ਮਸ਼ਹੂਰ ਕਿਤਾਬ ਦੀ ਰਚਨਾ ਵੀ ਕੀਤੀ। ਸੋ ਇਹ ਕਹਾਣੀ ਸਾਨੂੰ ਹੱਥਾਂ ਦੀਆਂ ਲਕੀਰਾਂ ਤੋਂ ਭਾਂਪੀ ਹੋਈ ਕਿਸਮਤ ਦੇ ਅੰਧ ਵਿਸ਼ਵਾਸ ਤੋਂ ਉੱਪਰ ਉਠਾਉਂਦੀ ਹੈ। ਆਪਣੀ ਕਿਸਮਤ ਨੂੰ ਜਨੂਨ ਜਜ਼ਬੇ ਤਹਿਤ ਖੁਦ ਬਦਲ ਦੇਣ ਦੀ, ਚੰਗੇ ਰਾਹੇ ਪਾਉਣ ਦੀ ਸਿੱਖਿਆ ਦਿੰਦੀ ਹੈ। ਸਾਡੇ ਵਿੱਚੋਂ ਬਹੁ ਗਿਣਤੀ ਤਾਦਾਦ ਹੱਥਾਂ ਦੀਆਂ ਲਕੀਰਾਂ ਤੋਂ ਆਪਣੀ ਕਿਸਮਤ, ਆਪਣਾ ਭਵਿੱਖ ਤੈਅ ਕਰਦੀ ਹੋਈ ਬਹੁਤ ਵਾਰੀ ਆਪਣੀ ਮੰਜ਼ਿਲ ਤੋਂ ਵਾਂਝੀ ਰਹਿ ਜਾਂਦੀ ਹੈ। ਸਿਰਫ ਕਿਸੇ ਦੇ ਕਹੇ 'ਤੇ ਹੱਥਾਂ ਦੀਆਂ ਲਕੀਰਾਂ ਵੇਖ ਕੇ ਸਾਡਾ ਇਹ ਮੰਨ ਲੈਣਾ ਕਿ ਇਹ ਚੀਜ਼, ਇਹ ਮੰਜ਼ਿਲ, ਇਹ ਵਿੱਦਿਆ ਮੇਰੀ ਕਿਸਮਤ ਵਿੱਚ ਨਹੀਂ, ਮੇਰੀ ਤਕਦੀਰ ਵਿੱਚ ਨਹੀਂ, ਇਹ ਸਾਨੂੰ ਮਿਹਨਤ ਕਰਨ ਤੋਂ ਵੀ ਵਾਂਝਾ ਕਰ ਦਿੰਦੀ ਹੈ। ਸਾਡੇ ਖੁਦ ਦੇ ਅੰਦਰ ਦੀ ਸਮਰੱਥਾ ਨੂੰ, ਦ੍ਰਿੜ ਸੰਕਲਪ ਸ਼ਕਤੀ ਦੀ ਹੋਂਦ ਨੂੰ, ਜਜ਼ਬੇ ਜਨੂਨ ਨੂੰ ਅਣਹੋਂਦਾ ਕਰ ਦਿੰਦੀ ਹੈ ਤੇ ਇੱਕ ਢਾਊ ਸੋਚ ਬਿਰਤੀ ਦੇ ਚਿੰਨ੍ਹ ਨੂੰ ਦਰਸਾਉਂਦੀ ਹੈ। ਸਾਨੂੰ ਅਕਸਰ ਹੀ ਆਪਣੇ ਸਮਾਜ ਵਿੱਚ, ਆਲੇ ਦੁਆਲੇ ਸਾਡੇ ਘਰਾਂ ਪਰਿਵਾਰਾਂ ਵਿੱਚ ਹੱਥਾਂ ਦੀਆਂ ਲਕੀਰਾਂ ਵਿੱਚ ਲਿਖਿਆ ਹੋਇਆ ਭਵਿੱਖ ਮੰਨ ਦੀਆਂ ਬਹੁਤ ਸਾਰੀਆਂ ਸੋਚਾਂ ਮਿਲਦੀਆਂ ਨੇ, ਜੋ ਸਾਨੂੰ ਮਿਹਨਤਹੀਣਾ ਕਰਕੇ ਆਲਸੀ ਕਰ ਦਿੰਦੀਆਂ ਨੇ, ਜਿਸ ਨਾਲ ਸੁਨਹਿਰਾ ਭਵਿੱਖ ਸਿਰਜਣ ਦੀ ਬਜਾਏ ਇਨਸਾਨ ਛੋਟੇ ਦਰਜੇ ਦੀ ਜ਼ਿੰਦਗੀ ਜਿਉਣ ਲਈ ਸਮਝੌਤਾ ਕਰ ਲੈਂਦਾ ਹੈ। ਜੇਕਰ ਅਸੀਂ ਹੱਥਾਂ ਦੀਆਂ ਲਕੀਰਾਂ ਵਿੱਚ ਆਪਣੀ ਕਿਸਮਤ ਨੂੰ ਮੰਨਦੇ ਵੀ ਹਾਂ ਤੇ ਫਿਰ ਸਾਨੂੰ ਇਹ ਵੀ ਮੰਨ ਲੈਣਾ ਚਾਹੀਦਾ ਹੈ ਕਿ ਸਾਡੇ ਅੰਦਰ ਹੱਥਾਂ ਦੀਆਂ ਲਕੀਰਾਂ ਦੁਆਰਾ ਦੱਸੀ ਕਿਸਮਤ ਜਾਂ ਭਵਿੱਖ ਨੂੰ ਬਦਲ ਦੇਣ ਦੀ ਸਮਰੱਥਾ ਵੀ ਹੈ। ਆਪਣੀ ਤਕਦੀਰ ਨੂੰ ਘੜਨ ਦਾ ਬਲ ਵੀ ਹੈ। ਸਾਡੇ ਅੰਦਰ ਜਜ਼ਬਾ ਜਨੂਨ ਵੀ ਮੌਜੂਦ ਹੈ। ਪਰ ਅਸੀਂ ਇਸ ਤੋਂ ਅਣਜਾਣ ਇਸ ਲਈ ਹਾਂ ਕਿਉਂਕਿ ਅਸੀਂ ਭਰਮ ਤਹਿਤ ਅੰਧ ਵਿਸ਼ਵਾਸੀ ਸੋਚ ਵਿੱਚ ਜਿਉ ਰਹੇ ਹਾਂ, ਤੇ ਦੂਸਰਾ, ਸਾਡੇ ਅੰਦਰ ਚੰਗੇ ਰਾਹ ਰਸਤੇ ਤੁਰਨ ਦੀ, ਆਪਣੀ ਮੰਜ਼ਿਲ ਨੂੰ ਸਰ ਕਰਨ ਲਈ ਦ੍ਰਿੜ ਸੰਕਲਪ ਦੀ ਘਾਟ ਹੈ ਅਤੇ ਮਿਹਨਤ ਦੀ ਲੋੜ ਹੈ, ਜਨੂਨ ਦੀ ਲੋੜ ਹੈ।
ਭਗਤ ਫਰੀਦ ਜੀ ਫਰਮਾਨ ਕਰਦੇ ਨੇ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ। ਇਹ ਤੁਕ ਸਿੱਧ ਕਰਦੀ ਹੈ ਕਿ ਆਪਣੇ ਚੰਗੇ ਮਾੜੇ ਲੇਖ ਇਨਸਾਨ ਆਪ ਲਿਖਦਾ ਹੈ। ਤੇ ਜੇ ਅਸੀਂ ਮੰਨਦੇ ਹਾਂ ਕਿ ਲੇਖ ਲਿਖੇ ਲਿਖਾਏ ਹੱਥਾਂ ਦੀਆਂ ਲਕੀਰਾਂ ਵਿੱਚ ਆਉਂਦੇ ਨੇ, ਤੇ ਲੇਖ ਲਿਖਣ ਵਾਲਾ ਅਸੀਂ ਪਰਮਾਤਮਾ ਨੂੰ ਕਹਿੰਦੇ ਹਾਂ, ਤੇ ਪਰਮਾਤਮਾ ਸਾਡਾ ਪਿਤਾ ਹੈ, ਅਸੀਂ ਉਸ ਦੇ ਬੱਚੇ ਹਾਂ। ਗੁਰੂ ਗੁਰਬਾਣੀ ਫਰਮਾਨ ਹੈ, ਤੂੰ ਪਿਤਾ ਸਭ ਬਾਰਕ ਥਾਰੇ। ਪਰਮਾਤਮਾ ਦਾ ਨਾਤਾ ਸਾਡੇ ਨਾਲ ਪਿਤਾ ਵਾਲਾ ਹੈ, ਤੇ ਪਿਤਾ ਕਦੀ ਆਪਣੇ ਬੱਚਿਆਂ ਨਾਲ ਇੱਦਾਂ ਦਾ ਵਖਰੇਵਾਂ ਨਹੀਂ ਕਰਦਾ ਕਿ ਇੱਕ ਦੇ ਲੇਖ ਚੰਗੇ ਤੇ ਇੱਕ ਦੇ ਮਾੜੇ। ਜਿਵੇਂ ਕਹਾਣੀ ਵਿਚਲੇ ਵਿਦਿਆਰਥੀ ਦੇ ਹੱਥ ਵਿੱਚ ਵਿੱਦਿਆ ਦੀ ਲਕੀਰ ਦਾ ਨਾ ਹੋਣਾ ਤੇ ਦੂਸਰੇ ਵਿਦਿਆਰਥੀ ਦੇ ਹੱਥ ਵਿੱਚ ਹੋਣਾ। ਪਰਮਾਤਮਾ ਵੱਲੋਂ ਸਾਨੂੰ ਇੱਕੋ ਜਿਹਾ ਬੁੱਧ ਤੇ ਬਲ ਬਖਸ਼ਿਸ਼ ਹੈ। ਫਰਕ ਸਿਰਫ ਇੰਨਾ ਹੈ ਕਿ ਸਾਡੇ ਵਿੱਚੋਂ ਜੋ ਕੋਈ ਦ੍ਰਿੜ ਸੰਕਲਪ ਸ਼ਕਤੀ ਨਾਲ ਇਸ ਬੁੱਧ ਬਲ ਨੂੰ ਉਠਾ ਲੈਂਦਾ ਹੈ, ਉਹ ਹਰ ਉਚੇਰਾ ਕੰਮ ਕਰਨ ਦੇ, ਉਚੇਰੀ ਵਿੱਦਿਆ ਗ੍ਰਹਿਣ ਕਰਨ ਦੇ, ਜੀਵਨ ਵਿੱਚ ਸਫਲ ਹੋਣ ਦੇ ਯੋਗ ਹੋ ਜਾਂਦਾ ਹੈ। ਸੋ ਆਓ ਇਹਨਾਂ ਅੰਧ ਵਿਸ਼ਵਾਸਾਂ ਤੋਂ ਉੱਪਰ ਉੱਠ ਕੇ ਆਪਣੀ ਤਕਦੀਰ ਆਪ ਘੜੀਏ। ਆਪਣੇ ਮੂਲ ਪਿਤਾ ਸਾਹਿਬ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਕੋਲੋਂ ਬੁੱਧ ਬਲ ਨੂੰ ਉਠਾਉਣ ਦੀ ਫਰਿਆਦ ਕਰ ਜੀਵਨ ਵਿੱਚ ਚੰਗੇ ਰਾਹ ਰਸਤੇ, ਚੰਗੀ ਮੰਜ਼ਿਲ ਨੂੰ ਤੈਅ ਕਰਨ ਲਈ, ਚੰਗੀ ਵਿੱਦਿਆ ਗ੍ਰਹਿਣ ਕਰਨ ਲਈ ਇਹਨਾਂ ਤੈਅ ਹੋਈ ਹੱਥਾਂ ਦੀ ਲਕੀਰਾਂ ਦੀ ਧਾਰਨਾ ਨੂੰ ਛੱਡ ਖੁਦ ਉੱਪਰ ਤੇ ਖੁਦ ਦੇ ਖੁਦਾ ਤੇ ਭਰੋਸਾ ਕਰੀਏ। ਆਪਣੇ ਏਮ ਵੱਲ ਵਧੀਏ, ਜਿਸ ਨਾਲ ਖੁਦ ਦੀ ਤਕਦੀਰ ਖੁਦ ਬਣਾਈਏ। ਸਤਿ ਸ੍ਰੀ ਅਕਾਲ।